हेलो +1 क्लास पैस प्लस सितंबर टेस्ट ਦੀ ਤਿਆਰੀ ਵਾਸਤੇ ਕੈਮਿਸਟਰੀ ਦਾ ਜਿਹੜਾ ਸੈਂਪਲ ਪੇਪਰ ਅਵੇਲੇਬਲ ਹੈ ਠੀਕ ਹੈ ਜੀ ਉਹਦੇ ਵਿੱਚ ਜਿੰਨੇ ਵੀ ਐਮਸੀਕਿਊਜ਼ ਨੇ ਅਸੀਂ ਉਹਨਾਂ ਸਾਰਿਆਂ ਨੂੰ ਵਾਰੀ-ਵਾਰੀ ਵੇਖਾਂਗੇ ਆਓ ਫਰਸਟ ਕੁਐਸਚਨ ਹੈ ਯੂਨਿਟ 1 ਦੀ ਯੂਨਿਟ ਆਫ molarity is गुड मॉर्निंग +1 क्लास पैस प्लस सितंबर टेस्ट ਦੀ ਤਿਆਰੀ ਵਾਸਤੇ ਕੈਮਿਸਟਰੀ ਦਾ ਜੋ ਸੈਂਪਲ ਪੇਪਰ ਅਵੇਲੇਬਲ ਹੈ ਉਹਦੇ ਵਿੱਚ ਜਿੰਨੇ ਵੀ ਕੁਐਸਚਨਸ ਹੈ ਉਹਨਾਂ ਸਾਰਿਆਂ ਨੂੰ ਅਸੀਂ ਵਾਰੀ-ਵਾਰੀ ਵੇਖਾਂਗੇ ਆਓ ਕੁਐਸਚਨ ਨੰਬਰ 1 ਤੇ ਚਲੀਏ ਦ ਯੂਨਿਟ ਆਫ molarity molarity ਦੇ ਯੂਨਿਟ ਕੀ ਨੇ ਹੁਣ molarity ਦਾ ਤੁਹਾਨੂੰ ਡੈਫੀਨੇਸ਼ਨ ਆਉਂਦੀ ਹੈ ਨੰਬਰ ਆਫ ਮੋਲਸ ਆਫ ਸੋਲਿਊਟ ਹੈ ਨਾ ਡਿਵਾਈਡਡ ਬਾय वॉल्यूम ऑफ सॉल्यूशन ऊपर हुंदा है सॉल्यूट ਉਹਦੇ ਹੁੰਦੇ ਨੇ ਮੋਲਸ ਤੇ ਨੀਚੇ ਕੀ ਹੁੰਦਾ ਹੈ ਵੋਲਿਊਮ ਆਫ ਸੋਲੂਸ਼ਨ ਹੈ ਨਾ ਤਾਂ ਯੂਨਿਟ ਕੀ ਹੋ ਗਏ ਯੂਨਿਟ ਹੋ ਗਏ ਤੁਹਾਡੇ ਕੋਲੇ ਮੋਲਸ ਰਾਈਟ ਤੇ ਲੀਟਰ ਇਨਵਰਸ ਕਿਉਂਕਿ ਵੋਲਿਊਮ ਕਿੱਦਾਂ ਲੈਣੇ ਆ ਅਸੀਂ ਲੀਟਰਸ ਦੇ ਵਿੱਚ ਲੈਣੇ ਆ ਦੇਖੋ ਹੈ ਕਿਤੇ ਬੀ ਆਪਸ਼ਨ ਹੈ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਕਿਸੇ ਵੀ ਚੀਜ਼ ਦੇ ਯੂਨਿਟ ਆ ਜਾਣ ਦੀ ਡੈਫੀਨੇਸ਼ਨ ਤੋਂ यूनिट ड्राइव किए जा सकते हैं सेकंड क्वेश्चन देखो सेकंड क्वेश्चन है विच ऑफ द फॉलोइंग रिएक्शन इज नॉट करेक्ट अकॉर्डिंग टू द लॉ ऑफ कंजर्वेशन ऑफ मास ਤੁਸੀਂ लॉ ऑफ कंजर्वेशन ऑफ मास ਨੂੰ ਪੜਿਆ ਹੋਇਆ ਹੈ ਨਾ ਉਹ ਕੀ ਕਹਿੰਦਾ लॉ ऑफ कंजर्वेशन ऑफ मास मतलब ਜਿੰਨਾ ਮਾਸ ਤੁਸੀਂ ਤੁਹਾਡਾ ਜਿੰਨਾ ਰਿਐਕਟੈਂਟਸ ਹੈਗੇ ਆ ਹੈ ਨਾ ਜਿੰਨਾ ਉਹਨਾਂ ਦਾ ਮਾਸ ਹੈ ਰਿਐਕਟੈਂਟਸ ਦਾ ਮਾਸ ਹੈ प्रोडक्ट वाले पासे भी मास की वैल्यू की होनी चाहिए है सेम होनी चाहिए है ना तो तुहाडे कोले टोटल कितनी रिएक्शंस दित्तियां होईयां ने 4 ते मास कंजर्व्ड रहना चाहिए मतलब रिएक्टेंट्स ते प्रोडक्ट्स वाले पासे मास की वेरिएशन नहीं होनी चाहिए तो सिंपल 4 इक्वेशंस नु देखो जेडी इक्वेशन बैलेंस्ड नहीं है ठीक है वो लॉ ऑफ कंजर्वेशन ऑफ मास के अकॉर्डिंग नहीं होगी हुण पहली इक्वेशन है मैग्नीशियम ऑक्सीजन ਦੇ ਨਾਲ ਮੈਗਨੀਸ਼ੀਅਮ ਆਕਸਾਈਡ ਬਣਾ ਰਿਹਾ ਇਹ ਬੈਲੈਂਸਡ ਹੈ ਠੀਕ ਹੈ ਫਾਸਫੋਰਸ ਆਕਸੀਜਨ ਦੇ ਨਾਲ ਕੀ ਬਣਾ ਰਿਹਾ ਫਾਸਫੋਰਸ ਪੈਂਟਾਆਕਸਾਈਡ ਬਣਾ ਰਿਹਾ ਇੱਧਰ ਵੀ 4 ਫਾਸਫੋਰਸ ਨੇ ਇੱਧਰ 10 ਆਕਸੀਜਨ ਨੇ ਇੱਧਰ ਵੀ 10 ਆਕਸੀਜਨ ਨੇ ਇਹ ਵੀ ਬੈਲੈਂਸਡ ਹੈ ਦੈਨ ਮਿਥੇਨ ਦੀ ਕੀ ਹੈ ਕੰਬਸ਼ਨ ਹੈ ਮਿਥੇਨ ਅਪਨ ਟ੍ਰੀਟਮੈਂਟ ਵਿਦ ਆਕਸੀਜਨ ਗਿਵਿੰਗ ਰਾਈਜ਼ ਟੂ ਕਾਰਬਨ ਡਾਈਆਕਸਾਈਡ ਐਂਡ ਵਾਟਰ ਇੱਕ ਕਾਰਬਨ है ना टोटल 4 ऑक्सीजन 4 ऑक्सीजन ये भी बैलेंस्ड है तो जेडी बचती है डी इक्वेशन ये बैलेंस्ड नहीं होगी ध्यान देना देखो तुहाडे कोले है एसिटिलीन ऑन ट्रीटमेंट विद हाइड्रोजन की बना रही है C2H6 तो इत्थे हाइड्रोजन कितना है 6 इत्थे किन्ने है 4 इधर मास कुछ होर होगा तुसी एसिटिलीन ते हाइड्रोजन दा मास ऐड कर लो ठीक है ਤੇ ਇਧਰੋਂ ਇਥੇਨ ਦਾ weight ਦੇਖ ਲਓ ਦੋਨਾਂ ਦੇ weight ਦੇ ਵਿੱਚ ਕੀ ਹੋਊਗਾ ਤੁਹਾਡੇ ਕੋਲੇ ਫਰਕ ਹੋਊਗਾ so this is the equation which is not according to the law of conservation of mass in this equation mass is not conserved ठीक है reactant वाले पासे mass कुछ हो रहा है प्रोडक्ट वाले पासे mass कुछ हो रहा है next आ रहा है ਤੁਹਾਡੇ ਕੋਲੇ ਕਹਿੰਦਾ ਪਿਆ two atoms are said to be isobars if they have same atomic number but different atomic masses ਇਹ ਕੌਣ ਹੁੰਦੇ ਨੇ ਜੇਕਰ ਇਹਨਾਂ ਦਾ ਸੇਮ ਐਟੋਮਿਕ ਨੰਬਰ ਹੋਵੇ ਬਟ ਡਿਫਰੈਂਟ ਐਟੋਮਿਕ ਮਾਸ ਹੋਵੇ ਇਹ ਤਾਂ ਹੁੰਦੇ ਨੇ ਸਾਡੇ ਕੋਲੇ ਕੀ ਹੁੰਦੇ ਨੇ ਆਈਸੋਟੋਪਸ ਹੈ ਨਾ ਇਹ ਤਾਂ ਤੁਸੀਂ ਪੜ੍ਹੇ ਹੋਏ ਨੇ ਆਈਸੋਟੋਪਸ ਬਹੁਤ ਸਾਰਿਆਂ ਦੇ ਆਈਸੋਟੋਪਸ ਤੁਹਾਨੂੰ ਆਉਂਦੇ ਵੀ ਹੈ ਕਾਰਬਨ ਦੇ ਹਾਈਡਰੋਜਨ ਦੇ ਆਕਸੀਜਨ ਦੇ ਅੱਗੇ ਕੀ ਹੈ ਦੇ ਹੈਵ ਸੇਮ ਮਾਸ ਨੰਬਰ ਬਟ ਡਿਫਰੈਂਟ ਐਟੋਮਿਕ ਨੰਬਰ ਦੇ ਹੈਵ ਸੇਮ ਇਲੈਕਟ੍ਰॉन्स ਬਟ ਡਿਫਰੈਂਟ ਨੰਬਰ ਆਫ ਪ੍ਰੋਟੋਨਸ ਦੇ ਹੈਵ सेम नंबर ऑफ न्यूट्रॉन बट डिफरेंट नंबर ऑफ इलेक्ट्रॉन्स तो केड़ा करेक्ट है ਇਹਦੇ ਵਿੱਚੋਂ ਜਿਹੜਾ बी है ਉਹ करेक्ट है ठीक है जी ਜਿਨ੍ਹਾਂ ਦਾ ਮਾਸ ਕੀ ਹੁੰਦਾ ਹੈ ਸੇਮ ਹੁੰਦਾ ਹੈ ਬਟ ਉਹਨਾਂ ਦੇ ਐਟੋਮਿਕ ਨੰਬਰ ਕੀ ਹੁੰਦੇ ਨੇ ਡਿਫਰੈਂਟ ਹੁੰਦੇ ਨੇ ਦੇ ਆਰ ਕਾਲਡ ਐਜ਼ ਆਈਸੋਬਾਰਸ ਨੈਕਸਟ ਕੁਐਸਚਨ ਹੈ ਤੁਹਾਡੇ ਕੋਲੇ ਕੁਆਂਟਮ ਨੰਬਰਸ ਦਾ ਫੋਰਥ ਕੁਐਸਚਨ ਹੈ ਦੇਖੀਏ ਜੀ ਕਹਿੰਦਾ ਪਿਆ ਦ ਪ੍ਰਿੰਸੀਪਲ ਕੁਆਂਟਮ ਨੰਬਰ ਗਿਵਸ ਦ ਇਨਫੋਰਮੇਸ਼ਨ ਅਬਾਊਟ जो प्रिंसिपल क्वांटम नंबर है जिन्हों ਅਸੀਂ ਕਿੱਦਾਂ ਡੈਜ਼ਿਗਨੇਟ ਕਰਦੇ ਹਾਂ ਸਮਾਲ n ਦੇ ਨਾਲ ਹੈ ਨਾ तो ਕਹਿੰਦਾ ਪਿਆ ਤੁਹਾਨੂੰ ਕੀ ਦੱਸਦਾ ਤੁਹਾਨੂੰ ਪਤਾ ਹੈ ਜਿਹੜਾ ਸਮਾਲ n ਹੈ ਜਿਹਨੂੰ ਪ੍ਰਿੰਸੀਪਲ ਕੁਆਂਟਮ ਨੰਬਰ ਕਹਿੰਦੇ ਆ ਇਹ ਤੁਹਾਨੂੰ ਦੱਸਦਾ ਕਿ એનર્ਜੀ ਠੀਕ ਹੈ ਜੀ ਇਸ ਤੋਂ ਇਲਾਵਾ ਸ਼ੈਲ
ਜਿਹਨੂੰ ਇਲੈਕਟ੍ਰੋਨ ਸ਼ੈਲ ਜਾਂ ਆਰਬਿਟ ਜਿਹਨੂੰ ਇਲੈਕਟ੍ਰੋਨ ਬਿਲੋਂਗ ਕਰਦਾ ਉਹਦੇ ਬਾਰੇ ਦੱਸਦਾ ਹੈ ਨਾ, ਤੇ ਨਾਲ ਦੀ ਨਾਲ ਸਾਈਜ਼ ਵੀ ਦੱਸਦਾ ਆਫ ਆਰਬਿਟਲ ਦਾ। ਤੋ ਇਹ ਤੁਸੀਂ ਸਾਰੀ ਇਨਫੋਰਮੇਸ਼ਨ ਪੜ੍ਹੀ ਸੀ ਜਦੋਂ ਤੁਸੀਂ ਕੁਆਂਟਮ ਨੰਬਰਸ ਨੂੰ ਸਟੱਡੀ ਕੀਤਾ ਸੀ। ਤੋ ਦੇਖੋ ਸਪਿਨ ਨਹੀਂ, ਸਪਿਨ ਵਾਲਾ ਤਾਂ ਨਹੀਂ, ਸਪਿਨ ਕੁਆਂਟਮ ਨੰਬਰ ਦੱਸਦਾ ਹੈ। ਸ਼ੇਪ ਆਫ ਦਾ ਆਰਬਿਟਲ ਵੀ ਨਹੀਂ। एनर्जी एंड साइज ऑफ ऑर्बिटल यस। ओरिएंटेशन ऑफ बी ऑर्बिटल नहीं। तो सी जड़ा ऑप्शन है वो इहदे विच तुहाडे कोले करैक्ट ऑप्शन है। ठीक है जी। नेक्स्ट आओ जी, नेक्स्ट है तुहाडे कोले क्वेश्चन नंबर 5। क्वेश्चन नंबर 5 दे विच है तुहाडे कोले द एलिमेंट्स इन विच इलेक्ट्रॉन्स आर प्रोग्रेसिवली फिल्ड इन डी ऑर्बिटल्स। कहंदा एलिमेंट्स जिहदे विच इलेक्ट्रॉन्स फिल हो रहे ने, कित्थे हो रहे ने, डी ऑर्बिटल्स दे विच फिल हो रहे ने, उन्होंने की कहने हैं एक्टिनॉइड्स नहीं, लैंथेनॉइड्स नहीं, इत्थे तां एफ ऑर्बिटल्स फिल हो गए है ना। ट्रांजिशन एलिमेंट्स बिल्कुल उन्होंने ट्रांजिशन एलिमेंट्स कहते हैं। जेडी डी ब्लॉक है, डी ब्लॉक एलिमेंट्स का दूसरा नाम है ट्रांजिशन एलिमेंट्स। अगर तुसी देखो तो तुहाडे कोले ये हुंदा एस ब्लॉक, ये है तुहाडे कोले किधर नूं पूरा ये पीरियोडिक टेबल जे मैं बनाने की कोशिश करा तो दिस इज योर एस ब्लॉक, दिस इज योर डी ब्लॉक एंड दिस इज योर पी ब्लॉक है ना। तो जेडे डी ब्लॉक एलिमेंट्स है दे रिप्रेजेंट अ चेंज, दे रिप्रेजेंट अ ट्रांजिशन फ्रॉम हाईली एक्टिव metals of S block to the less active non metals of P block। so D block elements ਨੂੰ ਕੀ ਕਹਿੰਦੇ ਆ transition elements। और इन्हां एलिमेंट्स दे विच इलेक्ट्रॉन्स दी फिलिंग कित्थे हुंदी है, डी ऑर्बिटल दे विच हुंदी है। पेनल्टीमेट शैल दे विच इलेक्ट्रॉन्स ऐड हुंदे ने। कंसीडर द आइसोइलेक्ट्रॉनिक स्पीशीज। ओके, आइसोइलेक्ट्रॉनिक स्पीशीज, आइसो दा मतलब की हुंदा है तुहाडे कोले सेम है ना। तो इलेक्ट्रॉनिक दा मतलब जिहदे विच इलेक्ट्रॉन्स की होणगे, सेम होणगे। ओके, तुहाडे कोले सोडियम आयन है, मैग्नीशियम आयन है, फ्लोराइड आयन है, ऑक्साइड आयन है। द करैक्ट ऑर्डर ऑफ आयनिक रेडियाई, तो तुसी इहनूं नहीं देखण दी बजाय खुद लिखोगे सोडियम आयन, देन यू हैव मैग्नीशियम आयन, नाल दी नाल तुहाडे कोले है फ्लोराइड आयन, नाल दी नाल तुहाडे कोले ऑक्साइड आयन। तो सब तो पहला तुहानूं किदां सिखाया, एटॉमिक नंबर लिख लेना 11 12 इहदा किन्ना है 9, इहदा किन्ना है 8। ठीक है जी। उस तो बाद इलेक्ट्रॉन्स लिखो। हुण क्योंकि ये पॉजिटिवली चार्ज है इलेक्ट्रॉन घट जूगा, इच भी इलेक्ट्रॉन घट जूगा, ਇਹਦੇ ਚ ਇਹਦੇ ਕੋਲੇ 네ਗੇਟਿਵ ਚਾਰਜ ਹੈ, ਇਹਦੇ ਕੋਲੇ ਇਲੈਕਟ੍ਰੋਨ ਕੀ ਹੋ ਗਏ, ਵੱਧ ਗਏ, ਇਹਦੇ ਕੋਲ ਵੀ ਵੱਧ ਗਏ। ਠੀਕ ਹੈ, ਜੋ ਚਾਰजेस ਹੈ 네ਗੇਟਿਵ ਹੈ ਤਾਂ ਉਹ ਇਲੈਕਟ੍ਰੋਨ ਗੇਨ ਕਰ ਲੂਗਾ। ਹੁਣ ਧਿਆਨ ਦੇਣਾ, ਦੇਖੋ ਜਿਹੜੇ 12 ਪ੍ਰੋਟੋਨ ਨੇ, ਐਟॉमिक ਨੰਬਰ ਪ੍ਰੋਟੋਨ ਹੈ ਨਾ, 12 ਪ੍ਰੋਟੋਨ ਨੇ, ਉਹਨਾਂ ਨੇ 10 ਇਲੈਕਟ੍ਰੋਨ ਨੂੰ ਫੋਰਸੀਬਲੀ ਫੜ ਲੈਣਾ। ਮਤਲਬ ਇਹਦਾ ਸਾਈਜ਼ ਤਾਂ ਕੀ ਹੋ ਜਾਊਗਾ ਤੁਹਾਡੇ ਕੋਲੇ ਸਮੋਲੈਸਟ। ਕਿਉਂ? ਕਿਉਂਕਿ ਇਹਦੇ ਵਿੱਚ ਨਿਊਕਲੀਅਸ ਦੀ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ वैलेंस शैल वास्ते बहुत ज्यादा होगी, जिस करके साइज की हो जाएगा स्मॉलेस्ट। अच्छा जी, उस तो बाद जेडे 11 ने, ठीक है जी, 11 प्रोटोन भी 10 इलेक्ट्रॉन्स ਨੂੰ टाइटली फड़नगे तो ਇਹਦਾ ਇਸ ਤੋਂ ਜ਼ਿਆਦਾ ਹੋਗਾ। मतलब एक ऑर्डर ਅਸੀਂ ਕੱਢ ਲਿਆ। ਉਹਨਾਂ ਨੇ ਕਿਹਾ इंक्रीजिंग ऑर्डर ਦੇ ਵਿੱਚ ਨਾ तो मैग्नीशियम ਦਾ ਸਾਈਜ਼ ਸਭ ਤੋਂ ਛੋਟਾ ਹੈ, then followed by सोडियम। मैग्नीशियम ਦਾ ਸਭ ਤੋਂ ਛੋਟਾ, सोडियम ਦਾ ਉਸ ਤੋਂ ਵੱਡਾ, ਉਸ ਤੋਂ ਬਾਅਦ ਦੋ ਬਚਦੇ ਆ ਤੁਹਾਡੇ ਕੋਲੇ फ्लोराइड ते ऑक्साइड। ठीक है जी। हुण 9 ने भी 10, 9 प्रोटॉन्स ने भी 10 इलेक्ट्रॉन्स ਨੂੰ टाइटली फड़ के रखिया होना। ठीक है जी। ਇਹਦਾ मतलब फ्लोराइड ਦਾ भी साइज हले थोड़ा जा की है ऑक्साइड तो छोटा। सो दिस इज द करेक्ट ऑर्डर। सो देखो ਤੁਹਾਡਾ ਜਿਹੜਾ ਅਸੀਂ ਆਰਡਰ ਕੱਢਿਆ ਉਹਨਾਂ ਮੈਚ ਕਰ ਰਿਹਾ ਹੈ ਕੋਈ, ਆ ਦੇਖੋ ਜੀ। ठीक है, देखो 네ਗੇਟਿਵ ਵਾਲਿਆਂ ਦੇ ਤਾਂ ਕਦੀ ਵੀ ਸਾਈਜ਼ ਛੋਟੇ ਹੋ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਇੱਕ ਕੁਐਸਚਨ ਪੜਿਆ ਹੋਇਆ ਹੈ कि ਜਿਹੜੇ ਕੈਟਾਇਨ ਹੁੰਦੇ ਨੇ, ਕੈਟਾਇਨ ਦਾ ਸਾਈਜ਼ ਹਮੇਸ਼ਾ ਕੀ ਹੁੰਦਾ, ਸਮਾਲ ਹੁੰਦਾ ਦੈਨ ਦੈਟ ਆਫ ਦਾ ਨਿਊਟਰਲ ਐਟਮ ਹੈ ਨਾ। तो ਇੱਕ ਹੋਰ ਵੀ ਪੜਿਆ ਹੋਇਆ ਐਨਾਇਨ ਦਾ ਸਾਈਜ਼ ਹਮੇਸ਼ਾ ਕੀ ਹੁੰਦਾ, ਲਾਰਜਰ। ਕੈਟਾਇਨ ਦਾ ਸਾਈਜ਼ ਸਮਾਲਰ, ਐਨਾਇਨ ਦਾ ਲਾਰਜਰ ਹੁੰਦਾ ਨਿਊਟਰਲ ਤੋਂ। तो ਕੈਟਾਇਨ ਦਾ ਤਾਂ ਦੋਨੇ ਕੈਟਾਇਨਸ ਦਾ ਤਾਂ ਤੁਹਾਡੇ ਕੋਲੇ ਸਾਈਜ਼ ਛੋਟਾ ਹੋਊਗਾ। तो ਜੇਕਰ ਕਿਸੇ ਬੱਚੇ ਨੂੰ ਨਹੀਂ ਆਂਦਾ ਇਸ ਤਰੀਕੇ ਨਾਲ ਕਰਨਾ ਹੈ ਨਾ, ਉਹ ਕੀ ਕਰ ਸਕਦਾ, ਉਹਨੂੰ ਇਹ ਦੋ ਕਨਸੈਪਟ ਕਲੀਅਰ ਹੈ तो आसानी दे नाल वो भी इस चीज नूं कर सकता है कि कैटायंस दा साइज छोटा होना चाहिए जी। ठीक है जी। नेक्स्ट आओ, नेक्स्ट है तुहाडे कोले क्वेश्चन नंबर 7। विच ऑफ द फॉलोइंग स्टेटमेंट इज करेक्ट। हेठां जिन्नियां भी स्टेटमेंट्स दित्तियां किहड़ी करेक्ट है। इलेक्ट्रोनेगेटिविटी डिक्रीजेस अलोंग द ग्रुप। जिद्दां हुण मैं कहां फ्लोरीन, क्लोरीन,
ब्रोमीन आयोडीन राइट एक ग्रुप च पईयां ने तो जो फ्लोरीन दी है वो इलेक्ट्रोनेगेटिव है सब तो ज्यादा इलेक्ट्रोनेगेटिव है ठीक है एदी इलेक्ट्रोनेगेटिविटी की है हाईएस्ट है तो एदी की है लोएस्ट बिल्कुल ठीक है जी है ना डाउन द ग्रुप की कर दी पी डिक्रीजेस तो कह रहे हैं विच स्टेटमेंट इज करेक्ट यही स्टेटमेंट करेक्ट है सानू अगली पढ़न दी भी नहीं लोड़ क्योंकि चारे ऑप्शंस दे विचों कोई एक ऑप्शन करेक्ट होनी है ना ठीक है आओ जी नेक्स्ट है तुहाडे कोले क्वेश्चन नंबर 8 देखो जी की कहंदा पिया द हाइब्रिडाइजेशन ऑफ कार्बन इन्वॉल्वड इन ईथीन मतलब हुण तुहाडे कोले ईथीन है CH2 डबल बॉन्ड CH2 है ना तुहाडे दिमाग फटाफट आ गया होना कि जदों डबल बॉन्ड हुंदा है हाइब्रिडाइजेशन हुंदी है sp2 तो देखो किते है sp2 फर्स्ट ऑप्शन ही sp2 है ना which of the following molecules contain a lone pair of electron ਕਿਹਨਾਂ ਦੇ ਕੋਲੇ lone pair electron है ਹੁਣ मीथेन ਦਾ ਤੁਸੀਂ ਲੁਇਸ ਸਿੰਬਲ ਬਣਾ ਕੇ ਦੇਖ ਲਓ ਫਟਾਫਟ ਜਾਂ मीथेन ਦਾ ਤੁਹਾਨੂੰ ਸਟਰਕਚਰ ਆਂਦਾ ਹੈ ਡਰਾ ਕਰਨਾ ਹੈ ਨਾ ਸਿੰਪਲ ਸਟਰਕਚਰ ਡਰਾ ਕਰ ਲੈਣੇ ਆ ਇਹਦੇ ਕੋਲੇ ਕੋਈ ਵੀ ਲੋਨ ਪੇਅਰ ਨਹੀਂਗਾ ਅਮੋਨੀਆ ਦੇ ਕੋਲੇ ਤੁਹਾਨੂੰ ਫਟ ਪਤਾ ਹੈ ਕਿ ਅਮੋਨੀਆ ਦੇ ਕੋਲੇ ਤੁਹਾਨੂੰ ਜਿਓਮੈਟਰੀ ਵੀ ਯਾਦ ਹੈ ਇਹਦੀ ਪਿਰਾਮਿਡਲ ਹੁਣ ਪਿਰਾਮਿਡਲ ਕਿਉਂ ਹੋ ਜਾਂਦੀ ਹੈ ਇਹਦੀ ਜਿਓਮੈਟਰੀ पिरामिडल टेट्राहेड्रल तो पिरामिडल क्यों होंदी क्योंकि अमोनिया दे उत्ते की पिया हुंदा एक लोन पेयर बाकी सारियां दे कोले पेयर्ड है सिर्फ एक अमोनिया ही है जिहदे कोले की पिया होया है लोन पेयर पिया होया है ठीक है तुहानू ज्योमेट्रीज क्लियर होनियां चाहिए ने नेक्स्ट आओ जी क्वेश्चन नंबर 10th ते की कहंदा पिया हाइड्रोजन बॉन्डिंग इज फाउंड इन ओके हाइड्रोजन बॉन्डिंग होने वास्ते हाइड्रोजन दी लोड़ है फ्लोरीन दी लोड़ है और ਕਿਹੜੀ ਲੋੜ ਹੈ ਆਕਸੀਜਨ ਦੀ ਔਰ ਕਿਹੜੀ ਲੋੜ ਹੈ ਨਾਈਟ੍ਰੋਜਨ ਦੀ ਅਗਰ ਇਹ ਚੀਜ਼ਾਂ ਅਵੇਲੇਬਲ ਹੈ ਉੱਥੇ ਹਾਈਡਰੋਜਨ ਬੌਂਡਿੰਗ ਹੋਗੀ तो देखो किथे किथे है चीज सिर्फ HF CO2 नहीं क्योंकि ते हाइड्रोजन नहीं है H2S हाइड्रोजन है बट ये तीन इलेक्ट्रोनेगेटिव एलिमेंट्स दे विचों कोई भी नहीं है ये भी नहीं है ते इथीन असेटलीन दे विच भी नहीं है ना तो किहड़ा बच गया सिर्फ ते सिर्फ हाइड्रोजन फ्लोराइड ਇਹਦੇ ਵਿੱਚ ਕੀ ਹੁੰਦੀ ਹੈ ਤੁਹਾਡੇ ਕੋਲੇ हाइड्रोजन बॉन्डिंग क्योंकि हाइड्रोजन बॉन्डिंग हाइड्रोजन ते इलेक्ट्रोनेगेटिव एलिमेंट्स फ्लोरीन ऑक्सीजन नाइट्रोजन दे विच ही हो सकती है उस तो बाद कह रहा है ਤੁਹਾਡੇ ਕੋਲੇ among the following which one is linear molecule having zero dipole moment कहना ਪਿਆ ਜਿਹੜੀ mu ਦੀ ਵੈਲਿਊ ਆ ਉਹ 0 ਹੋਣੀ ਚਾਹੀਦੀ ਹੈ ਕਿਹਦੇ ਵਾਸਤੇ ਹੋਣੀ ਚਾਹੀਦੀ ਹੈ और molecule should be linear ਹੁਣ water जो है ये ਤਾਂ bent है ये ਤਾਂ bent molecule है ये ਤਾਂ नहीं हो सकता है ना HCl जेकर मैं कहवा HCl ਦਾ डायपोल मोमेंट 0 है नहीं डायपोल मोमेंट दी एक नेट वैल्यू है क्योंकि देयर इज इलेक्ट्रोनेगेटिविटी डिफरेंस बिटवीन हाइड्रोजन एंड क्लोरीन तो इतने म्यू दी कोई ना कोई वैल्यू जरूर होगी क्योंकि क्लोरीन ज्यादा इलेक्ट्रोनेगेटिव है ते हाइड्रोजन घट इलेक्ट्रोनेगेटिव है उस तो बाद आ जाओ जी कार्बन डाइऑक्साइड एक लीनियर मॉलिक्यूल है बिल्कुल लीनियर मॉलिक्यूल है अच्छा जी ਇਹਦਾ डायपोल मोमेंट जिन्ना डायपोल मोमेंट दी मैग्नीट्यूड है ਤੁਹਾਡੇ ਕੋਲੇ राइट साइड ਤੇ उन्ना ही ਤੁਹਾਡੇ ਕੋਲੇ लेफ्ट साइड ਤੇ है मतलब जेकर इधर वैल्यू पॉजिटिव होगी उन्नी ही इधर वैल्यू नेगेटिव होगी तो अल्टीमेटली दोनों कैंसिल हो जाएंगे तो म्यू दी वैल्यू कितनी हो जाएगी 0 तो किहदे वास्ते 0 आ रही है कार्बन डाइऑक्साइड वास्ते ठीक है जी तो ख्याल रखना डायपोल मोमेंट ते नाल दी नाल मॉलिक्यूल दी उन्हें शेप भी दसी हुई है लो नेक्स्ट आओ जी which of the following 12th question which of the following hydride is electron precise hydride तो सीधा क्वेश्चन है इलेक्ट्रॉन प्रिसाइज किहनू कहंदे आ ਜਿਹਦੇ ਵਿੱਚ ਸਿੰਪਲੀ ਤੁਸੀਂ ਲੂਇਸ ਸਟਰਕਚਰ ਡਰਾ ਕਰ ਸਕਦੇ ਆ है ना ਲੂਇਸ ਸਿੰਬਲ ਡਰਾ ਕਰ ਸਕਦੇ ਆ ਲੂਇਸ ਸਟਰਕਚਰ ਡਰਾ ਕਰ ਸਕਦੇ ਆ मतलब ਕੋਵਲੈਂਟ ਬੌਂਡ ਬਣਾਉਣ ਵਾਸਤੇ ਜਿੰਨੇ ਇਲੈਕਟ੍ਰੋਨ ਚਾਹੀਦੇ ਹੈ ਉਨੇ ਹੀ ਹੈਗੇ ਹੁੰਦੇ ਨੇ ਹੁਣ B2H6 ਇਹ ਤਾਂ ਇਲੈਕਟ੍ਰੋਨ ਡੈਫੀਸ਼ੀਐਂਟ ਹੈ ਅਮੋਨੀਆ ਦੇ ਵਿੱਚ ਨਾਈਟ੍ਰੋਜਨ ਤੇ ਇਲੈਕਟ੍ਰੋਨਸ ਨਾਈਟ੍ਰੋਜਨ ਦੇ ਇੱਕ ਲੋਨ ਪੇਅਰ ਪਿਆ ਹੁੰਦਾ ਵਾਟਰ ਦੇ ਵਿੱਚ ਜਿਹੜਾ ਆਕਸੀਜਨ ਦੇ ਇੱਕ ਦੋ ਲੋਨ ਪੇਅਰ ਪਏ ਹੁੰਦੇ ਆ ਹੁਣ ਇਹ ਤੁਹਾਡੇ ਕੋਲ ਇਲੈਕਟ੍ਰੋਨ ਡੈਫੀਸ਼ੀਐਂਟ ਹੈ ਇਹ ਦੋਨੋਂ ਤੁਹਾਡੇ ਕੋਲ ਇਲੈਕਟ੍ਰੋਨ ਰਿਚ ਨੇ ਜਦ ਕਿ ਮੀਥੇਨ ਦੇ ਵਿੱਚ ਦੇਖ ਲਓ ਕਾਰਬਨ ਦੇ ਵੈਲੈਂਸ ਇਲੈਕਟ੍ਰੋਨ 4 ਹਾਈਡਰੋਜਨ ਦੇ ਕੋਲੇ ਕਿੰਨੇ 1 ਹੈ ਨਾ ਚਾਰੇ ਹਾਈਡਰੋਜਨ ਦੇ ਕੋਲੇ 1 तो इत्थे देखो जिन्ने जिन्ने ਜਿਹਨੂੰ इलेक्ट्रॉन चाहिए है उन्ने ही है तो दिस इज कॉल्ड की इलेक्ट्रॉन प्रिसाइज हाइड्राइड राइट तो सही ऑप्शन केड़ा है मीथेन नेक्स्ट क्वेश्चन है ਤੁਹਾਡੇ ਕੋਲੇ नेक्स्ट क्वेश्चन 13th क्वेश्चन है H2O2 ਦਾ हाइड्रोजन पेरोक्साइड
is H2O2 is oxidizing agent, reducing agent, oxidizing as well as reducing, neither oxidizing non reducing। तो हाइड्रोजन वाला चैप्टर ਆਪਾਂ ਬਹੁਤ ਅੱਛੇ ਤਰੀਕੇ ਦੇ ਨਾਲ ਪੜਿਆ, ਉੱਥੇ ਗੱਲ ਬਿਲਕੁਲ ਕਲੀਅਰ ਹੈ। ਆਪਾਂ ਬਹੁਤ ਸਾਰੇ ਰਿਐਕਸ਼ਨਸ ਕੀਤੇ ਆ ਜਿੱਥੇ ਹਾਈਡਰੋਜਨ ਪਰਆਕਸਾਈਡ ਆਕਸੀਡਾਈਜ਼ਿੰਗ ਏਜੰਟ ਵੀ ਬਣਦੀ ਹੈ ਤੇ ਰਿਡਿਊਸਿੰਗ ਏਜੰਟ ਵੀ ਬਣਦੀ ਹੈ। ਇਹਦਾ ਮਤਲਬ ਸੀ ਆਪਸ਼ਨ ਕਰੈਕਟ ਹੈ। ਠੀਕ ਹੈ ਜੀ, ਨੈਕਸਟ ਆਓ ਜੀ। ਨੈਕਸਟ ਹੈ ਤੁਹਾਡੇ ਕੋਲੇ ਸਿੰਪਲ ਕੁਐਸਚਨ ਆ ਰਹੇ ਹੁਣ ਬਿਲਕੁਲ ਸਿੱਧੇ ਸਿੱਧੇ। ਠੀਕ ਹੈ, 14th ਕੁਐਸਚਨ ਦੇਖੋ ਕੀ ਕਹਿੰਦਾ ਪਿਆ। ਕਹਿੰਦਾ ਪਿਆ ਸਿਨ ਗੈਸ ਕੀ ਹੁੰਦੀ ਹੈ, ਵਾਟਰ ਗੈਸ ਕੀ ਹੁੰਦੀ ਹੈ। ਕੀ ਹੁੰਦੀ ਹੈ ਵਾਟਰ ਗੈਸ? ਇਜ਼ ਕਾਰਬਨ ਮੋਨੋਆਕਸਾਈਡ प्लस हाइड्रोजन, है ना, यही होंगी है वाटर गैस। तो ए ऑप्शन ਤੁਹਾਡੇ ਕੋਲੇ ਕੀ ਹੈ करेक्ट है। नेक्स्ट आओ 15th क्वेश्चन, परमानेंट हार्डनेस ऑफ वाटर इज ड्यू टू द प्रेजेंस ऑफ, किहदे करके परमानेंट हार्डनेस ਹੁੰਦੀ है? क्लोराइड्स एंड सल्फेट्स ऑफ कैल्शियम एंड मैग्नीशियम, कार्बोनेट्स ऑफ कैल्शियम एंड मैग्नीशियम, बाइकार्बोनेट्स ऑफ कैल्शियम एंड मैग्नीशियम और नन ऑफ अबव। देखो ਜਿਹੜੀ ਹਾਰਡਨੈਸ ਸੀ ਹੈ ਨਾ, ਹਾਰਡਨੈਸ ਆਪਾਂ ਦੇਖੀ ਹੋਈ ਹੈ ਕਿਹਦੇ ਕਰਕੇ ਹੁੰਦੀ ਹੈ? ਦੋ ਟਾਈਪ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਦੋ ਟਾਈਪ ਦੀ ਹੁੰਦੀ ਹੈ। देयर आर टू टाइप्स फॉर हार्डनेस। ਕਿਹੜੀ ਕਿਹੜੀ? ਟੈਂਪਰੇਰੀ है ना, और दूसरी ਕਿਹੜੀ? परमानेंट। तो दो टाइप ਦੀਆਂ ਤੁਹਾਡੇ ਕੋਲੇ ਹਾਰਡਨੈਸ ਆ ਗਈਆਂ ਨੇ। ਟੈਂਪਰੇਰੀ ਹੁੰਦੀ ਹੈ ਤੁਹਾਡੇ ਕੋਲੇ ਬਾਈਕਾਰਬੋਨੇਟਸ ਕਰਕੇ, ਹੈ ਨਾ, ਤੇ ਜਿਹੜੀ परमानेंट ਹੁੰਦੀ ਹੈ ਉਹ ਕਿਹਨਾਂ ਦੇ ਕਰਕੇ ਹੁੰਦੀ ਹੈ? ਉਹ ਹੁੰਦੀ ਹੈ क्लोराइड्स और सल्फेट्स ਦੇ ਕਰਕੇ। तो ਹੁਣ ਤੇ ਤੁਹਾਨੂੰ ਕਿਹਨੇ ਕੀ ਪੁੱਛਿਆ ਹੋਇਆ? ਉਹਨੇ ਪੁੱਛਿਆ परमानेंट। ਹੁਣ परमानेंट ਤੁਹਾਨੂੰ ਪਤਾ क्लोराइड एंड सल्फेट्स ਕਰਕੇ ਹੁੰਦੀ ਹੈ कैल्शियम ਤੇ मैग्नीशियम ਦੇ आयंस ਦੀ। तो ਕਿਹੜਾ ਆਪਸ਼ਨ ਕਰੈਕਟ ਹੈ ਤੁਹਾਡੇ ਕੋਲੇ? ए ਆਪਸ਼ਨ ਕਰੈਕਟ ਹੈ। लो 16th क्वेश्चन देखो, when sodium is dissolved in liquid ammonia, a solution of deep blue color is obtained due to, हाँ जी किहदे करके हुंदा है? due to ammoniated, हाँ जी ammoniated electron करके, है ना। ये इलेक्ट्रॉन ही है जो रिस्पॉन्सिबल हुंदे ने किहदे कर, किहदे लई? इलेक्ट्रॉन की करदे ने तुहानू विजिबल रीजन दे विच की करदे ने? ब्लू कलर दिंदे ने, है ना। तो अमोनिएटेड इलेक्ट्रॉन है किते? हाँ जी। नेक्स्ट आओ 17th क्वेश्चन, जिप्सम ऑन हीटिंग एट 3 to 390 केल्विन गिव्स, है ना। जिप्सम ਤੁਹਾਡੇ ਕੋਲੇ ਹੈ, दिस इज अ जिप्सम। ਇਹ ਫਾਰਮੂਲਾ ਹੈ जिप्सम ਦਾ, कैल्शियम सल्फेट विद 2 वाटर मॉलिक्यूल, है ना। ਤੇ ਜਦੋਂ ਤੁਸੀਂ ਇਹਨੂੰ ਹੀਟ ਕਰਦੇ ਹੋ 390 केल्विन तक ਤਾਂ ਕੀ ਹੁੰਦਾ ਹੈ? ਇਹ ਜਿਹੜੇ 2 ਵਾਟਰ ਮੋਲੀਕਿਊਲਸ ਹੈ ਸਾਈਡ ਤੇ ਹੋ ਜਾਂਦੇ ਨੇ ਔਰ ਬਣਾ ਦਿੰਦਾ कैल्शियम सल्फेट। सिर्फ जेकर 393 तक करांगे हीट ਤਾਂ ਤੁਹਾਡੇ ਕੋਲੇ ਕੀ ਬਣਦਾ ਹੈ? ਫਿਰ ਤੁਹਾਡੇ ਕੋਲੇ ਬਣਦਾ ਇਹ ਚੀਜ਼, ਹੈ ਨਾ, ਹੈਮੀਹਾਈਡਰੇਟ, ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ। ਬਟ ਜਦੋਂ ਤੁਸੀਂ 390 ਤੱਕ ਚਲੇ ਜਾਂਦੇ ਹੋ ਤਾਂ ਤੁਹਾਡੇ ਕੋਲੇ ਕੀ ਬਣਦਾ? ਤੁਹਾਡੇ ਕੋਲੇ ਬਣਦਾ ਕੈਲਸ਼ੀਅਮ ਸਲਫੇਟ ਓਨਲੀ। ਨੈਕਸਟ ਆਓ ਜੀ 18th क्वेश्चन है। 18th क्वेश्चन ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ? ਦੇਖੀਏ 18th क्वेश्चन ਦੇ ਵਿੱਚ ਕਹਿੰਦਾ ਪਿਆ ਲੀਥੀਅਮ ਸ਼ੋਜ਼ ਡਾਇਗੋਨਲ ਰਿਲੇਸ਼ਨਸ਼ਿਪ ਵਿਦ, ਲੀਥੀਅਮ ਕਿਹਨਾਂ ਡਾਇਗੋਨਲ ਰਿਲੇਸ਼ਨਸ਼ਿਪ ਸ਼ੋ ਕਰਦਾ? ਸੋ ਲੀਥੀਅਮ है ना। नेक्स्ट हुंदा बेरिलियम, बेरिलियम तो अगे आ जांदा बोरोन एंड सो ऑन। लिथियम दे हेठां कौन पिया होया? सोडियम, सोडियम तो अगे मैग्नीशियम, मैग्नीशियम तो अगे एल्यूमीनियम। तो ये लिथियम वाली लाइन नू, लिथियम जिस पीरियड दे विच पिया है, इस पीरियड दे विच कौन है? इहदे ते हाइड्रोजन है, हाइड्रोजन तो लिथियम, देन सोडियम, है ना। सेकंड पीरियड वाले जिहड़े एलिमेंट्स ने वो की करदे ने? वो प्रॉपर्टीज शो करते हैं कि इन्हां दी उन्हां दी प्रॉपर्टीज रिजेंबल करदियां ने डायगोनली जिहड़े एलिमेंट पे ने किहदे नाल? हुण जिद्दां लिथियम दी किहदे नाल? मैग्नीशियम दा। बेरिलियम दा किहदे नाल? एल्यूमीनियम दे नाल। तो लिथियम दा किहदे नाल डायगोनल रिलेशनशिप है? मैग्नीशियम दे नाल। ठीक है जी। नेक्स्ट आ जाओ जी। नेक्स्ट कह रहा तुहाडे कोले सॉल्वे प्रोसेस इज यूज्ड इन द मैन्युफैक्चर ऑफ, सॉल्वे प्रोसेस इन्हां चों कौन है? किहड़ा ਕਿਹੜੀ ਸਪੀਸੀਜ਼ ਹੈ ਜਿਹੜੇ ਸੋਲਵੇ ਪ੍ਰੋਸੈਸ ਦੇ ਨਾਲ ਬਣਦੀ ਹੈ? ਕਿਹੜੀ ਬਣਦੀ ਹੈ ਤੁਹਾਡੇ ਕੋਲੇ? ਸੋਡੀਅਮ ਕਾਰਬੋਨੇਟ। ਠੀਕ ਹੈ ਜੀ, ਧਿਆਨ ਦੇਣਾ ਸਾਰਿਆਂ ਦੇ ਹੀ ਪ੍ਰੋਸੈਸ ਤੋਂ ਕਿਹੜੀ ਕਿਹੜੀ ਚੀਜ਼ ਬਣਦੀ ਹੈ ਇਹਨੂੰ ਪ੍ਰੋਪਰਲੀ ਯਾਦ ਕਰ ਲਿਓ। ਨੈਕਸਟ ਹੁਣ ਜੇ ਮੈਂ ਤੁਹਾਨੂੰ ਪੁੱਛਾਂ ਅਮੋਨੀਆ ਕਿਹੜੇ ਪ੍ਰੋਸੈਸ ਨਾਲ ਬਣਦਾ, ਤੁਸੀਂ ਫਟਾਫਟ ਕਹੋਗੇ ਹੇਬਰ ਪ੍ਰੋਸੈਸ ਦੇ ਨਾਲ ਬਣਦਾ, ਹੈ ਨਾ। तो इदा बाई चांस ਤੁਹਾਨੂੰ हेबर प्रोसेस आ गया ਤਾਂ ਵੀ ਤੁਹਾਨੂੰ याद होना चाहिए। नेक्स्ट है व्हाट विल बी द मास ऑफ एन एटम ऑफ द सिल्वर। ओके अच्छा हुन सिल्वर ਦਾ ਕੀ ਕਹਿੰਦਾ ਵਾ? ਇੱਕ ਐਟਮ ਦਾ ਮਾਸ ਕਿੰਨਾ ਹੈ ਨਾ।
तो ਜੇ ਮੈਂ ਕਹਾਂ 6.023 into 10 to power 23 ਐਟਮਸ ਹੈ ਜੇਕਰ ਸਿਲਵਰ ਦੇ, ਠੀਕ ਹੈ ਜੀ, ਇੰਨੇ ਐਟਮਸ ਹੈ ਆਫ ਸਿਲਵਰ, ਦੇ ਹੈਵ ਮਾਸ ਕਿੰਨਾ, ਜੋ ਇਹਦਾ ਗ੍ਰਾਮ ਐਟੋਮਿਕ ਮਾਸ ਹੈ which is equal to 110 grams। तो एक एटम का मास कितना होगा, एक एटम का मास होगा 108 डिवाइडेड बाय 6.023 into 10 to power 23, है ना। तो ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਇਹਨਾਂ ਚੋਂ ਕੋਈ ਨਾ ਕੋਈ ਆਨਸਰ ਤੁਹਾਡਾ ਮੈਚ ਕਰੂਗਾ। तो ਜਿਹੜਾ ਆਨਸਰ ਤੁਹਾਡੇ ਕੋਲੇ ਆਊਗਾ, ਠੀਕ ਹੈ, ਉਹਨੂੰ ਤੁਸੀਂ ਆਸਾਨੀ ਦੇ ਨਾਲ ਕੀ ਕਰਦੇ ਹੋ, ਲਿਖ ਸਕਦੇ ਹੋ। लो फिर इस तरीके ਦੇ ਨਾਲ ਤੁਸੀਂ ਆਪਣਾ ਸਾਰਾ पेपर करियो और बहुत अच्छे तरीके ਦੇ ਨਾਲ तैयारी करो और बहुत अच्छे नंबर